ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਜੀਤ ਸਿੰਘ ਭਗਨਾ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ। ਪ੍ਰਵਾਸੀ ਮਜ਼ਦੂਰਾਂ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਭੇਜੇ ਜਾਣ। ਮਾਨਸੂਨ ਨੇ ਫੜੀ ਰਫ਼ਤਾਰ, ਇਹਨਾਂ ਇਲਾਕਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ। ਖਾਲਿਸਤਾਨ ਦੀ ਮੰਗ, ਸ਼੍ਰੋਮਣੀ ਅਕਾਲੀ ਦਲ ਦਾ ਲੁਕਮਾ ਏਜੰਡਾ ਰੰਧਾਵਾ ਨੂੰ ਬਰਖਾਸਤ ਕਰਕੇ ਕਿਸਾਨਾਂ ਨਾਲ 4000 ਕਰੋੜ ਦੀ ਠੱਗੀ ਦਾ ਕੇਸ ਦਰਜ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਬਾਬਾ ਬਿਧੀ ਚੰਦ ਸਮੁਦਾਇ ਦੇ 12ਵੇਂ ਮੁਖੀ ਅਵਤਾਰ ਸਿੰਘ ਬਾਬਾ ਬਿਧੀ ਚੰਦ ਸਮੁਦਾਇ ਨੂੰ ਮਿਲੀ ਜ਼ਮੀਨ ਤੇ ਬੇਵਜ੍ਹਾ ਵਿਵਾਦ ਕਰ ਰਹੇ ਨੇ। ਬਾਬਾ ਗੁਰਬਚਨ ਸਿੰਘ ਖੇਮਕਰਨ ਦੇ ਅਧੀਨ ਪੈਂਦੇ ਸਰਹੱਦੀ ਇਲਾਕਿਆਂ 'ਚ ਮਿਲਿਆ ਜਿੰਦਾ ਬੰਬ। ਬਟਾਲਾ 'ਚ ਮਰੂਤੀ ਦੇ ਸ਼ੋਰੂਮ ਦੇ ਸਟਾਫ ਦੀ ਤਰਫੋਂ ਲਟਕਰੀ ਸੈਲਰੀ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ। ਹੁਣ ਖਬਰਾਂ ਵਿਸਤਾਰ ਦੇ ਨਾਲ। ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਤੇ ਅਹਿਮ ਫੈਸਲਾ ਲੈਂਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਤੇ ਰਾਜ ਸਰਕਾਰਾਂ ਨੂੰ 15 ਦਿਨਾਂ ਦੇ ਅੰਦਰ ਉਹਨਾਂ ਨੂੰ ਘਰ ਭੇਜਣ ਦੇ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਤੇ ਇਹਦੇ ਨਾਲ ਅਦਾਲਤ ਨੇ ਇਹ ਵੀ ਕਿਹਾ ਕਿ ਲਾਕਡਾਊਨ ਦੀ ਉਲੰਘਣਾ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਦਰਜ ਕੀਤੇ ਸਾਰੇ ਕੇਸ ਆਪਦਾ ਪ੍ਰਬੰਧਨ ਐਕਟ 2005 ਦੇ ਤਹਿਤ ਵਿਚਾਰੇ ਜਾਣਗੇ। ਪ੍ਰਵਾਸੀ ਮਜ਼ਦੂਰਾਂ ਲਈ ਰੋਜ਼ਗਾਰ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਨੇ ਤੇ ਉਹਨਾਂ ਦੀ ਕੁਸ਼ਲਤਾ ਦਾ ਡਾਟਾ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੂੰ ਰਜਿਸਟਰਡ ਕਰਨ ਦੇ ਨਾਲ ਲਿਆਂਦੀਆਂ ਯੋਜਨਾਵਾਂ ਦਾ ਪਿੰਡ ਬਲਾਕ ਪੱਧਰ ਤੇ ਪ੍ਰਚਾਰ ਕਰਨਾ ਜੋ ਮਜ਼ਦੂਰ ਉਹਨਾਂ ਨੂੰ ਪਤਾ ਲੱਗ ਸਕੇ। ਸੁਪਰੀਮ ਕੋਰਟ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਸ ਤੋਂ ਪਹਿਲਾਂ ਕਿ 5 ਜੂਨ ਨੂੰ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 3 ਜੂਨ ਤੋਂ ਤਕਰੀਬਨ 1 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ 4228 ਰੇਲ ਗੱਡੀਆਂ ਦੇ ਮਾਧਿਅਮ ਰਾਹੀਂ ਲਿਜਾਇਆ ਗਿਆ ਤੇ ਉਸ ਦਿਨ ਅਦਾਲਤ ਨੇ ਆਪਣਾ ਫੈਸਲਾ ਸੀ ਇਸ ਨੂੰ ਸੁਰੱਖਿਅਤ ਰੱਖ ਲਿੱਤਾ ਸੀ। ਸੋ ਇਹ ਇੱਕ ਵੱਡਾ ਫੈਸਲਾ ਹੁਣ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਆਇਆ। ਬੰਗਾਲ ਦੀ ਖਾੜੀ ਵਿੱਚ ਹੋਏ ਹਲਚਲ ਨੇ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਵਸਦੇ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਤੇ ਇੱਥੇ ਹੀ ਹੁਣ ਇੱਕ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਮੰਗਲਵਾਰ ਤੱਕ ਪੂਰਬੀ ਕੇਂਦਰ ਬੰਗਾਲ ਦੀ ਖਾੜੀ ਤੇ ਘੱਟ ਦਬਾਅ ਵਾਲੇ ਖੇਤਰ ਦੀ ਸੰਭਾਵਨਾ, ਇਸ ਕਾਰਨ ਸੁਰੱਖਿਆ ਕਿ ਸੂਬਿਆਂ ਦੇ ਅੰਦਰ ਭਾਰੀ ਬਾਰਿਸ਼ ਹੋਣ ਦੀ ਜਿਹੜੀ ਕਿ ਵੱਡੀਆਂ ਖਬਰਾਂ ਹੁਣ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਮੌਸਮ ਵਿਭਾਗ ਦੇ ਮੁਤਾਬਕ ਦੱਖਣੀ ਪੱਛਮੀ ਤੇ ਪੱਛਮੀ ਮੱਧ ਅਰਬ ਸਾਗਰ, ਪੂਰਬੀ ਕੇਂਦਰ ਬੰਗਾਲ ਦੀ ਖਾੜੀ ਤੇ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨਾਲ ਲੱਗਦੇ ਖੇਤਰਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦਾ ਖਾਸਾ ਤੇ ਖਤਰੇ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਇਹਨਾਂ ਇਲਾਕਿਆਂ ਦੇ ਮਛੀਰਿਆਂ ਨੂੰ ਜੋ ਮੱਛੀ ਫੜਨ ਵਾਸਤੇ ਸਮੁੰਦਰ ਵਿੱਚ ਜਾਂਦੇ ਨੇ ਉਹਨਾਂ ਨੂੰ ਨਾ ਜਾਣ ਦੀ ਸਲਾਹ ਵੀ ਦੇ ਦਿੱਤੀ ਹੈ ਤੇ ਮੌਸਮ ਵਿਭਾਗ ਨੇ ਪੱਛਮੀ ਬੰਗਾਲ, ਉੜੀਸਾ, ਸਿੱਕਮ, ਉੱਤਰੀ ਪੂਰਬੀ ਰਾਜਾਂ ਦੇ 11 ਤੋਂ 12 ਜੂਨ ਤੱਕ ਦੀ ਦਸਤਕ ਜੋ ਦਿੱਤੀ ਹੈ ਤੇ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਤੇ ਘੱਟ ਦਬਾਅ ਵਾਲੇ ਖੇਤਰ ਕਰਕੇ ਉੜੀਸਾ, ਉੱਤਰੀ ਤਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਟਵਰਤੀ ਕਰਨਾਟਕ, ਉੱਤਰ ਕੋਂਕਣ ਤੇ ਕੇਰਲ ਦੇ ਵਿੱਚ 10 ਤੋਂ 12 ਜੂਨ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇੱਥੇ ਹੀ ਨਹੀਂ ਸੂਬਿਆਂ ਦੇ ਵਿੱਚ ਇਹ ਵੀ ਵੇਖਿਆ ਜਾ ਰਿਹਾ ਕਿ ਇਸ ਕਰਕੇ ਮਹਾਰਾਸ਼ਟਰ, ਮਰਾਠਵਾੜਾ, ਵਿਦਰਭ, ਛੱਤੀਸਗੜ੍ਹ ਤੇ ਮੱਧ ਜੋ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ 11 ਤੇ 12 ਤਰੀਕ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਪੰਜਾਬ ਦੇ ਸਹਿਕਾਰਤਾ ਦੇ ਜੇਲ੍ਹ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਬਿਆਨ ਨੂੰ ਅਕਾਲੀ ਦਲ ਦਾ ਲੁਕਮਾ ਏਜੰਡਾ ਕਰਾਰ ਦੇ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਜਿਹੇ ਬਿਆਨ ਦੇ ਕੇ ਸ਼੍ਰੋਮਣੀ ਕਮੇਟੀ ਦੇ ਜੋ ਪ੍ਰਧਾਨ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੜ ਬਰਗਾੜੀ ਦੁਹਰਾਉਣਾ ਚਾਹੁੰਦੇ ਨੇ ਜੋ ਕਿਸੇ ਵੀ ਤਰੀਕੇ ਨਾਲ ਪੰਜਾਬ ਤੇ ਪੰਜਾਬੀਅਤ ਦੇ ਹਿੱਤ ਵਿੱਚ ਨਹੀਂ ਹੈ। ਪਿੰਡ ਜੰਡੀ ਦੇ ਮੁੱਲਾਪੁਰ ਵਿਖੇ ਸਹਿਕਾਰਤਾ ਸਭਾਵਾਂ ਦੇ ਵਿਸ਼ੇਸ਼ ਦੌਰੇ ਦੇ ਉੱਪਰ ਰੰਧਾਵਾ ਨੇ ਇਹ ਗੱਲ ਕਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਇੱਕ ਸਵਾਲ ਕਿ ਸੁਖਬੀਰ ਸਿੰਘ ਬਾਦਲ ਸਿੱਖ ਵਿਰੋਧੀ ਕੇਂਦਰ ਸਰਕਾਰ ਤੋਂ ਆਪਣੀ ਪਾਰਟੀ ਵੱਲੋਂ ਸਮਰਥਨ ਵਾਪਸ ਲੈਣਗੇ। ਕੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੰਡ ਪਾਉਣ ਵਾਲੇ ਅਤੇ ਅਹਦਲੀ ਵਾਲੇ ਜੋ ਏਜੰਡੇ ਦੀ ਹਮਾਇਤ ਕਰਦੇ ਨੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਤੱਕ ਕਾਂਗਰਸ ਪਾਰਟੀ ਦੀਆਂ ਅਗਵਾਈਆਂ ਵਾਲੀਆਂ ਸਰਕਾਰਾਂ ਸਮੇਂ ਸਿੱਖ ਵਿਰੋਧੀ ਨੀਤੀਆਂ ਸੰਬੰਧੀ ਦੇਸ਼ ਦੇ ਦੋਸ਼ ਲਾਉਂਦੇ ਆਏ ਨੇ ਤੇ ਹੁਣ ਅਜਿਹੀ ਸਥਿਤੀ ਵਿੱਚ ਉਹ ਕੀ ਕਰਨਗੇ ਜਦੋਂ ਕਿ ਇੱਕ ਪਾਸੇ ਉਹਨਾਂ ਦੀ ਆਪਣੀ ਪਤਨੀ ਕੇਂਦਰ ਸਰਕਾਰ ਵਿੱਚ ਕੇਂਦਰੀ ਮੰਤਰੀ ਹੈ ਤੇ ਕੀ ਉਹ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ? ਅਜਿਹੀ ਸਥਿਤੀ ਵਿੱਚ ਕੇਂਦਰ ਦਾ ਸਮਰਥਨ ਨੂੰ ਵਾਪਸ ਲੈਣਗੇ? ਇਹ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ ਪੰਜਾਬ ਭਾਜਪਾ ਤੇ ਮਨੋਰੰਜਨ ਕਾਲੀਆ ਨੇ ਵੀ ਇਸ ਬਿਆਨ ਨੂੰ ਮੰਦਭਾਗਾ ਦੱਸਿਆ।
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਮੰਤਰੀ ਮੰਡਲ ਵਿੱਚੋਂ ਉਹਨਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਤੇ ਉਹਨਾਂ ਤੇ ਅੰਤਰਰਾਜੀ ਬੀਜ ਘੁਟਾਲੇ ਰਾਹੀਂ ਅੰਨਦਾਤੇ ਨਾਲ 4000 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਕੇਸ ਦਰਜ ਕੀਤਾ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ PR 128 PR 129 ਕਿਸਮ ਦੇ ਨਕਲੀ ਬੀਜਾਂ ਰਾਹੀਂ 6 ਲੱਖ ਏਕੜ ਵਿੱਚ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਜਾਇਜ਼ੇ ਵਾਸਤੇ ਗਿਰਦਾਵਰੀ ਦੇ ਹੁਕਮ ਵੀ ਦੇਣ ਤਾਂ ਜੋ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਪਾਰਟੀ ਦੇ ਮੁੱਖ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਧਾਰਾ 120 ਦੇ ਤਹਿਤ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਆਪਣੇ ਨੇੜਲੇ ਸਹਿਯੋਗੀ ਨਕਲੀ ਬੀਜ ਦੇ ਉਤਪਾਦਕ ਲੱਕੀ ਢਿੱਲੋਂ ਦੇ ਅਪਰਾਧ ਤੇ ਪਰਦਾ ਪਾਉਣ ਤੇ 27 ਸਕੱਤਰੇਤ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਲੀ ਬਿੱਲ ਪੇਸ਼ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਲੱਕੀ ਜੋ ਕਰਨਾਲ ਐਗਰੀ ਸੀਡ ਦਾ ਮਾਲਕ ਹੈ ਦੀ ਡਟਵੀਂ ਹਮਾਇਤ ਕਰਨ ਦੇ ਨਕਲੀ ਬੀਜ ਉਤਪਾਦਕਾਂ ਦੀ ਗ੍ਰਿਫਤਾਰੀ ਵੀ ਉੱਥੇ ਲਟ ਗਈ ਹੈ ਤੇ ਉਹਨਾਂ ਕੋਲ ਪਏ ਨਕਲੀ ਬੀਜ ਨੂੰ ਖੁਰਦ-ਬੁਰਦ ਕਰਨ ਦਾ ਜੋ ਸਮਾਂ ਮਿਲ ਗਿਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਦੇ ਮੁਤਾਬਕ ਕਰਨਾਲ ਸੀਡਸ ਦੀ ਡੇਰਾ ਬਾਬਾ ਨਾਨਕ ਇਕਾਈ ਤੋਂ ਪਏ ਨਕਲੀ ਬੀਜਾਂ ਦੇ ਭੰਡਾਰਾਂ ਦੇ ਭਾਰੇ 12 ਟਰਾਲੇ ਉੱਥੋਂ ਕੱਢ ਦਿੱਤੇ ਗਏ। ਬਾਬਾ ਵਿਧੀ ਚੰਦ ਸਮੁਦਾਇ ਦੇ 12ਵੇਂ ਮੁਖੀ ਬਾਬਾ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਤੇ ਉਸ ਵਕਤ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਛੋਟੇ ਭਾਈ ਬਾਬਾ ਗੁਰਬਚਨ ਸਿੰਘ ਦੇ ਨਾਲ ਪਸ਼ਤੈਨੀ ਜ਼ਮੀਨ ਨੂੰ ਲੈ ਕੇ ਕੋਈ ਝਗੜਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਸ਼ਤੈਨੀ ਜ਼ਮੀਨ ਉਹ ਹਜੇ ਬਾਬਾ ਗੁਰਬਚਨ ਸਿੰਘ ਖੁਦ ਯੂਜ਼ ਕਰ ਰਹੇ ਨੇ ਤੇ ਬਾਬਾ ਵਿਧੀ ਚੰਦ ਸਮੁਦਾਇ ਦੇ 12ਵੇਂ ਮੁਖੀ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਛੋਟੇ ਭਾਈ ਬਾਬਾ ਗੁਰਬਚਨ ਸਿੰਘ ਸਮੁਦਾਇ ਦੇ ਨਾਂ ਤੇ ਜ਼ਮੀਨ ਦਾ ਜੋ ਬਟਵਾਰਾ ਹੈ ਉਹਨੂੰ ਪਰਿਵਾਰਕ ਜ਼ਮੀਨ ਦੇ ਤਹਿਤ ਬਟਵਾਰਾ ਕਰਨਾ ਚਾਹੁੰਦੇ ਨੇ ਜੋ ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ। ਲੰਗਰ ਵਾਸਤੇ ਜ਼ਮੀਨ ਦਾਨ ਕੀਤੀ ਗਈ ਹੈ ਜਿਸ ਦੇ ਉਪਯੋਗ ਦੇ ਵਿੱਚ ਲੋਕ ਸੇਵਾ ਤੇ ਧਾਰਮਿਕ ਕੰਮਕਾਰਾਂ ਵਾਸਤੇ ਇਸ ਨੂੰ ਵਰਤਿਆ ਜਾ ਰਿਹਾ ਤੇ ਉਹਦੇ ਛੋਟੇ ਭਾਈ ਬਾਬਾ ਗੁਰਬਚਨ ਸਿੰਘ ਦੁਆਰਾ ਇਸ ਸਮੁਦਾਇ ਦੇ ਨਾਂ ਦੀ ਜੋ ਜ਼ਮੀਨ ਹੈ ਇਸ ਨੂੰ ਵੰਡਣ ਵਾਸਤੇ ਬੇਵਜ੍ਹਾ ਦਾ ਜੋ ਵਿਵਾਦ ਹੈ ਉਹ ਖੜਾ ਕੀਤਾ ਜਾ ਰਿਹਾ ਹੈ। ਤੇ ਸਾਡੇ ਪੱਤਰਕਾਰ ਨੇ ਖਾਸ ਤੌਰ ਤੇ ਬਾਬਾ ਜੀ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਕੁਝ ਹੋਰ ਲੋਕਾਂ ਦੇ ਨਾਲ ਵੀ ਉੱਥੇ ਗੱਲਬਾਤ ਹੋਈ ਹੈ ਤੇ ਆਓ ਚੱਲਦੇ ਹਾਂ ਜਾਣਦੇ ਹਾਂ ਕੀ ਆ ਪੂਰਾ ਮਾਮਲਾ। ਵੰਡ ਦੀ ਗੱਲ ਹੈ ਤੇ ਉਹ ਸਾਡੇ ਘਰ ਦੀ ਵੰਡ ਹੈ, ਉਹਦੇ ਵਿੱਚ ਅਸੀਂ ਨਹੀਂ ਕਿਸੇ ਨੂੰ ਡੱਕਿਆ। ਜੇ ਅੱਜ ਸਾਡੀ ਵੀ ਪੈਲੀ ਆਉਂਦੀ ਬਾਬਾ ਗੁਰਬਚਨ ਸਿੰਘ ਜੀ ਬਾਹਰ ਨੇ ਤੇ ਉਹ ਸਾਡੇ ਸਤਿਕਾਰਯੋਗ ਨੇ, ਅਸੀਂ ਉਹਨਾਂ ਦਾ ਸਤਿਕਾਰ ਕੀਤਾ। ਅਸੀਂ ਕੋਈ ਝਗੜੇ ਵਾਲੇ ਪਾਸੇ ਨਹੀਂ ਗਏ ਜਾਂ ਵਧੋ-ਵਧੀ ਕਣਕ ਬੀਜੀ ਨੂੰ ਵੱਢਣ ਨਹੀਂ ਗਏ। ਇਸ ਕਰਕੇ ਜੋ ਅੱਗੇ ਵਿਚਾਰ ਹੈ ਉਹ ਸਾਰੀ ਪੰਚਾਇਤ ਨੇ, ਨਗਰ ਨੇ, ਸੁਰ ਸਿੰਘ ਨੇ ਵੀ ਵਿਚਾਰਿਆ ਵੀ ਇਸ ਨੂੰ ਜੋ ਵੰਡੇ ਆਉਂਦੀ ਹੈ ਇਸ ਵੰਡ ਨੂੰ ਅਸੀਂ ਕਰਦੇ ਹਾਂ, ਲੇਕਿਨ ਉਹਨਾਂ ਦਾ ਵੀ ਉਹਨਾਂ ਨੇ ਵਚਨ ਨਾ ਮੰਨਿਆ। ਜਿਵੇਂ ਕੋਈ ਪੜਾਅ ਹੈ, ਅਸਥਾਨ ਹੈ, ਉਹਦੀ ਵੰਡ ਵਾਸਤੇ ਜੇ ਕੋਈ ਕਹਿੰਦਾ ਹੈ ਤੇ ਉਹ ਕਦੇ ਅੱਗੇ ਵੰਡ ਵਿੱਚ ਨਹੀਂ ਆਏ ਜਥੇਬੰਦੀ ਦੇ ਜੋ ਅਸਥਾਨ ਨੇ, ਪੜਾਅ ਨੇ। ਲੇਕਿਨ ਅੱਜ ਸਾਡੇ ਸਾਹਮਣੇ ਉਹ ਇਤਿਹਾਸ ਹੈ ਜੋ ਦਲ ਬਾਬਾ ਵਿਧੀ ਚੰਦ ਜੀ ਦੇ ਸਮੇਂ ਅਨੁਸਾਰ ਮੁਖੀ ਮਹਾਂਪੁਰਖ ਜਿਨ੍ਹਾਂ ਨੇ ਇਹ ਸਾਰੀ ਪਰੰਪਰਾ ਨੂੰ ਦਲ ਵਜ਼ੀਰ ਨੂੰ ਲੈ ਕੇ ਵਿਚਰੇ ਨੇ ਦੂਰ ਨੇੜੇ ਤਾਈਂ ਸਿੱਖੀ ਦਾ ਪ੍ਰਚਾਰ ਕੀਤਾ ਹੈ। ਕੋਈ ਨਹੀਂ ਉੱਥੇ ਆਉਂਦਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਕੋਈ ਮਸੀਤਾਂ ਦਾ ਆਪਣੇ ਘਰ ਦੀ ਹੋ ਸਕਦੀ ਹੈ, ਗੁਰੂ ਘਰ ਦੀ ਨਹੀਂ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਝਗੜਾ ਨਹੀਂ। ਜੇ ਕੋਈ ਘਰ ਦੀ ਮਾਲਕੀ ਆ ਤੇ ਉਹ ਜੋ ਇਹਨਾਂ ਨੂੰ ਆਉਂਦੀ ਹੈ ਉਹ ਲੈ ਲੈਣ। ਜੇ ਅੱਜ ਤਾਈਂ 5-6 ਸਾਲ ਤਾਈਂ ਬਾਬਾ ਗੁਰਬਚਨ ਸਿੰਘ ਜੀ ਦਾਸ ਨੂੰ ਆਉਂਦੀ ਜਿਹੜੀ ਘਰ ਦੀ ਸਾਡੀ ਹੈ ਉਹ ਵੀ ਇਹ ਵਾਹੀ ਗਏ ਨੇ। ਅਸੀਂ ਕੋਈ ਜ਼ਿਕਰ ਨਹੀਂ ਕੀਤਾ ਕਿਸੇ ਕੋ। ਸੋ ਬੜੇ ਪਿਆਰ ਦੇ ਨਾਲ ਜਿਹੜੀ ਘਰ ਦੀ ਵੰਡ ਵਿੱਚੋਂ ਅਸੀਂ ਕੋਈ ਨਾ ਨਹੀਂ ਕਰਦੇ। ਜਥੇਬੰਦੀ ਦੇ ਸੰਪਰਦਾਇ ਦੇ ਜਿਹੜੇ ਪੜਾਅ ਨੇ ਜਿਵੇਂ ਚੱਲੀ ਆ ਰਹੀ ਮਰਜ਼ਾਦਾ ਉਹਨਾਂ ਨੂੰ ਉਸੇ ਤਰ੍ਹਾਂ ਹੀ ਬਹਾਲ ਰੱਖਿਆ ਜਾਵੇ। ਬਟਾ 2 ਦੀ ਵਸੀਅਤ ਬਣਾਈ ਹੈ ਇਹਨਾਂ ਨੇ। ਮੈਨੂੰ ਇੱਥੋਂ ਤੱਕ ਪਤਾ ਲੱਗਾ ਵੀ ਸਾਰੇ ਕਹਿ ਰਹੇ ਆ ਵੀ ਵਸੀਅਤ ਚਲੋ ਉਹ ਆਪ ਜੀ ਨੂੰ ਬਾਬਾ ਜੀ ਨੇ ਸਭ ਦੱਸ ਹੀ ਦਿੱਤਾ, ਗਿਆਤ ਕਰਾ ਹੀ ਦਿੱਤਾ। ਠੀਕ ਹੈ ਜੀ। ਹੁਣ ਜਿਹੜੇ ਪਿੰਡਾਂ 'ਚ ਕਹਿ ਰਹੇ ਆ ਵੀ ਸਾਡੀ ਅੱਧ ਬਣਦਾ, ਉਹ ਜਿਹੜੇ ਪਿੰਡਾਂ ਦੇ ਅੱਧ ਬਣਦਾ ਕਹਿ ਰਹੇ ਨੇ ਉਹ ਪਿੰਡਾਂ ਦੇ ਮਤੇ ਸਾਡੇ ਕੋਲ ਆਏ ਨੇ। ਪਹਿਲਾ ਮਤਾ ਮੈਂ ਤੁਹਾਨੂੰ ਵਿਖਾ ਰਿਹਾ ਜੀ, ਝਬਾਲ ਦਾ ਮਤਾ ਹੈ, ਝਬਾਲ ਦੀ ਪੰਚਾਇਤ ਵੱਲੋਂ ਆਇਆ। ਇਹਨਾਂ ਨੇ ਆਪਣੀ ਗੱਲ ਦੱਸੀ ਆ ਵੀ ਇਹ ਜ਼ਮੀਨ ਅਸੀਂ ਦੇ ਰਹੇ ਹਾਂ ਗੁਰੂ ਕੇ ਪੰਥ ਨੂੰ ਦੇ ਰਹੇ ਹਾਂ, ਨਾ ਕਿ ਅਸੀਂ ਪਰਿਵਾਰ 'ਚ ਵੰਡਣ ਨੂੰ ਦੇ ਰਹੇ ਹਾਂ। ਠੀਕ ਹੈ ਜੀ। ਜਿਹੜੀ ਗੱਲ ਦਾ ਇਹਨਾਂ ਵਿਵਾਦ ਜ਼ਿਆਦਾ ਬਣਾਇਆ। ਉਸ ਤੋਂ ਬਾਅਦ ਛੀਨੇ ਵਾਲੀ ਜ਼ਮੀਨ ਆ ਜੀ, ਜਿਸ ਦਾ ਇਹ ਰੌਲਾ ਪਾ ਰਹੇ ਨੇ ਭਈ ਤੁਸੀਂ ਤੇ ਆਹ ਕਰ ਰਹੇ ਜੋ, ਆਹ ਕਰ ਰਹੇ ਜੋ। ਇਹ ਜ਼ਮੀਨ ਦਿੱਤੀ ਉਜਾਗਰ ਸਿੰਘ ਨਾਲ ਜੀ, ਉਜਾਗਰ ਸਿੰਘ ਹੋਣਾ ਨੇ। ਐਂਡ ਉਜਾਗਰ ਸਿੰਘ ਹੋਣਾ ਦੀ ਫੈਮਿਲੀ ਪਿੱਛੇ ਬੈਠੀ, ਪਰਿਵਾਰ ਸਾਰਾ ਪਿੱਛੇ ਬਿਠਾ। ਐਂਡ ਪਿੰਡ ਦਾ ਮਤਾ ਪਿਆ ਇਹਦੇ ਉੱਤੇ
ਵੀ ਇਹ ਅਸੀਂ ਜ਼ਮੀਨ ਦਿੱਤੀ ਆ ਵੀ ਇਹ ਲੋਹ ਲੰਗਰ ਵਾਸਤੇ ਦਿੱਤੀ ਆ, ਇਹ ਲੋਹ ਨੂੰ ਸਮਰਪਿਤ ਦਿੱਤੀ ਆ, ਠੀਕ ਹੈ, ਨਾ ਕਿ ਅਸੀਂ ਪਰਿਵਾਰ 'ਚ ਇਸ ਦਾ ਵੀ ਕਰਨ ਵਾਸਤੇ ਦਿੱਤੀ ਆ। ਉਸ ਤੋਂ ਬਾਅਦ ਜੇ ਸੈਦੋ ਦੀ ਗੱਲ ਆਵੇ, ਜਿਹੜਾ ਇਹ ਜਿਸ ਦਿਨ ਉੱਥੇ ਇਸ਼ੂ ਬਣਿਆ, ਸਭ ਤੋਂ ਜ਼ਿਆਦਾ ਇਸ਼ੂ ਸੈਦੋ ਜਾ ਕੇ ਬਣਿਆ। ਉਸ ਪਰਿਵਾਰ ਦਾ ਮੈਂਬਰ ਖਲੋਤਾ ਜੀ ਆ ਸਾਡੇ ਪਿੱਛੇ, ਜਿਹੜਾ ਬੇਨਤੀ ਕਰ ਰਿਹਾ ਵੀ ਮੈਂ ਇਹ ਵੀ ਜ਼ਮੀਨ ਜਿਹੜੀ ਆ ਲੋਹ ਲੰਗਰ ਨੂੰ ਦਿੱਤੀ ਆ ਪਿੰਡ ਦਾ, ਇਹਨਾਂ ਦਾ ਵੀ ਮਤਾ ਲਓ। ਐਂਡ ਜਿਹੜੀਆਂ ਰਜਿਸਟਰੀਆਂ ਹੋਈਆਂ ਵਾ ਉਹ ਲੋਹ ਲੰਗਰ ਦੇ ਨਾਂ ਤੇ ਆ। ਅੱਜ ਅਸੀਂ ਜੇ ਪਰਿਵਾਰ ਅੱਜ ਅਸੀਂ ਉੱਠ ਕੇ ਜੇ ਪਰਿਵਾਰ 'ਚ ਇਸ ਚੀਜ਼ ਦੀ ਵੰਡ ਕਰੀਏ, ਇਹ ਸਾਡੇ ਲਈ ਕੋਈ ਸੋਭਾ ਵਾਲੀ ਗੱਲ ਨਹੀਂ ਗੀ, ਠੀਕ ਹੈ। ਅੱਜ ਅਸੀਂ ਵੰਡ ਕਰਾਂਗੇ, ਕੱਲ ਹੋਰ ਕਹਿਣਗੇ ਵੰਡ ਕਰਨ ਵਾਸਤੇ, ਇਹ ਗੱਲਾਂ ਫੱਬਦੀਆਂ ਨਹੀਂ ਆ। ਵੰਡ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਆਪਣੀ ਘਰ ਦੀ ਚੀਜ਼ ਹੋਵੇ, ਠੀਕ ਹੈ ਜੀ। ਬਾਬਾ ਜੀ ਨੇ ਕਦੀ ਵੀ ਇਸ ਚੀਜ਼ ਬਾਰੇ ਕਦੀ ਨਹੀਂ ਸੁਪਨੇ 'ਚ ਨਹੀਂ ਸੋਚਿਆ ਭਈ ਇਹ ਚੀਜ਼ ਵੰਡੀ ਜਾ ਸਕਦੀ ਆ। ਅੱਜ ਇਹ ਬੰਦੇ ਉੱਠ ਕੇ ਕਹਿ ਰਹੇ ਭਈ ਉਸ ਚੀਜ਼ ਦਾ ਵੀ 1/2 ਦਿਓ। ਜਿਹੜੀ ਸੇਵਾ ਦੀ ਚੀਜ਼ ਆ, ਜਿਹੜੀ ਪੰਥ ਦੀ ਚੀਜ਼ ਆ, ਉਹ ਇੱਕ ਥਾਂ ਤੇ ਹੀ ਫੱਬਦੀ ਆ। ਤੇ ਨਾਲੇ ਜਿਹੜੇ ਬੰਦਿਆਂ ਨੇ ਅਰਦਾਸੇ ਕਰਾਈਆਂ ਜ਼ਮੀਨਾਂ, ਉਹ ਆਪ ਕਹਿ ਰਹੇ ਨੇ ਭਈ ਮੈਂ ਜ਼ਮੀਨ ਕਿਸ ਪਾਸੇ ਅਰਦਾਸੇ ਕਰਾਈ, ਤੁਸੀਂ ਤੋਰ ਕਿਸ ਪਾਸੇ ਰਹੇ ਜੇ, ਠੀਕ ਹੈ ਨਾ ਜੀ। ਐਂਡ ਇਸ ਕਰਕੇ ਅਸੀਂ ਕਿਸ ਮੂੰਹ ਨਾਲ ਜੇ ਅਸੀਂ ਇਹ ਕਹਿੰਦੇ ਅੱਧ ਸਾਡਾ ਬਣਦਾ ਵਾ, ਕੋਰਟ ਕੇਸ ਕਰਨ ਦਾ ਜਾਂ ਕਈ ਕੁਝ ਕਰਨ ਦਾ ਆ, ਜੇ ਅੱਜ ਅਸੀਂ ਇਹਨਾਂ ਨੂੰ ਅੱਧ ਦਿੰਦੇ ਆ ਤਾਂ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਉਹਨਾਂ ਦੇ ਕੀ ਬੀਤੂਗੀ, ਠੀਕ ਹੈ ਨਾ। ਸੰਪਰਦਾਇ ਦੇ ਚਲੋ ਗੱਲ ਵੱਖਰੀ ਆ, ਜਿਨ੍ਹਾਂ ਜ਼ਮੀਨਾਂ ਦਿੱਤੀਆਂ, ਜਿਨ੍ਹਾਂ ਨੇ ਦਾਨ ਕੀਤੀ ਆ, ਤੁਸੀਂ ਦਾਨ ਚੀਜ਼ ਦੀ ਕੀਤੀ ਹੋਵੇ, ਤੁਸੀਂ ਕੀ ਆਖੋਗੇ ਵੀ ਮੈਂ ਇੱਕ ਪਰਿਵਾਰ 'ਚ ਵੰਡਣ ਨੂੰ ਹੀ ਦਿੱਤੀ। ਜੇ ਪਰਿਵਾਰ 'ਚ ਵੰਡਣੀ ਫਿਰ ਮੇਰਾ ਘਰ ਬਾਰ ਹੈ ਨਹੀਂ ਸੀ, ਮੈਂ ਆਪਣੇ ਪਰਿਵਾਰ 'ਚ ਕਿਉਂ ਨਾ ਵੰਡੀ, ਠੀਕ ਹੈ ਨਾ ਜੀ। ਉਸ ਤੋਂ ਬਾਅਦ ਇਹਨਾਂ ਨੇ ਬਲੇਮ ਸਾਡੇ ਤੇ ਲਾਇਆ ਵੀ ਗੱਡੀਆਂ ਖੋਈਆਂ ਸਾਡੀਆਂ, ਠੀਕ ਹੈ ਜੀ। ਆਹ ਬੈਂਕ ਸਟੇਟਮੈਂਟ ਆ ਐਂਡ ਆਹ ਪਿੱਛੇ ਬੈਂਕ ਵੱਲੋਂ ਲਿਖਿਆ ਗਿਆ ਜੀ ਵੀ ਇਹਨਾਂ ਦੀਆਂ ਕਿਸ਼ਤਾਂ ਕੌਣ ਤਾਰ ਰਿਹਾ ਵਾ, ਗੱਡੀ ਕਿਹਦੇ ਕੋਲ ਆ ਪਹਿਲੇ ਦਿਨ ਤੋਂ। ਐਂਡ ਇਹਨਾਂ ਇਸ਼ੂ ਬਣਾਇਆ ਵਾ 3-4 ਦਿਨ ਪਹਿਲਾਂ ਵੀ ਇਹਨਾਂ ਗੱਡੀਆਂ ਸਾਡੇ ਤੋਂ ਖੋਈਆਂ ਵਾ। ਆਹ ਪਾਸ ਹੈ ਗੱਡੀ ਦਾ ਜਦੋਂ ਲਾਕਡਾਊਨ ਹੋਇਆ, ਕਿੱਥੇ ਆ ਫੋਟੋ ਜਿਹੜੀ, ਠੀਕ ਹੈ ਜੀ। ਆਹ ਲਾਕਡਾਊਨ ਹੋਇਆ ਸੀ ਤੇ ਉਦੋਂ ਗੱਡੀ ਦਾ ਨੰਬਰ ਵੀ ਲਿਖਿਆ ਗਿਆ PB46N0007, DDPO ਵੱਲੋਂ ਪਾਸ ਜਾਰੀ ਹੋਇਆ ਹੈ ਵੀ ਇਹ ਚੀਜ਼ ਗੱਡੀ ਇਹ ਪਹਿਲਾਂ ਹੀ ਬਾਬੇ ਕਰਤੋੜ ਸਿੰਘ ਕੋਲ ਗੱਡੀ, ਮੰਤ ਕਰਤੋੜ ਸਿੰਘ ਕੋਲ ਗੱਡੀ ਚੱਲ ਰਹੀ, ਬਾਬਾ ਜੀ ਦੇ ਸੇਵਾਦਾਰ ਫੋਟੋ ਲੱਗੀ ਹੈ ਤੇ ਆਹ ਚਾਬੀ ਫੜਾਉਂਦਿਆਂ ਦੀ ਫੋਟੋ ਲੱਗੀ ਹੈ। ਜਿਹੜਾ ਬੰਦਾ FIR ਕਰਾ ਰਿਹਾ, ਕਰਾ ਰਿਹਾ ਉਹ ਸਭ ਚਾਬੀਆਂ ਫੜਾ ਰਹੇ ਆ। ਇਹ ਚਾਬੀਆਂ ਫੜਾਈਆਂ ਸੀ, ਗੱਡੀ ਦਿੱਤੀ ਹੈ ਗੱਡੀ ਦਾ। ਹੁਣ ਇਸੇ ਗੱਡੀ ਬਾਰੇ ਕਹਿ ਰਹੇ ਕਿ ਚੋਰੀ ਹੋਈ। ਅਸੀਂ ਇੱਥੇ ਘਰੇ ਬੈਠੇ ਆ, ਕਈ ਬੰਦੇ ਆਪੋ ਆਪਣੇ ਘਰਾਂ 'ਚ ਬੈਠੇ ਆ। ਜਿਹੜਾ ਪ੍ਰਤਾਪ ਸਿੰਘ ਜੰਗੀ ਦਾ ਲਿਖਿਆ ਗਿਆ ਨਾ ਜੀ, ਇਹ ਗੱਡੀ ਖੋਣ ਗਏ ਆ, ਇਹ ਗੱਡੀਆਂ ਲੈ ਕੇ ਇਸ ਤਰ੍ਹਾਂ ਬੰਦੇ ਪਏ ਆ। ਇਹ ਉਸ ਟਾਈਮ ਤੇ ਇਹ ਪਤਾ ਕਿੱਥੇ ਸਨ? ਇਹ ਸਨ ਜੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਇਹ ਉਦੋਂ ਤੋਂ ਉਹਨਾਂ ਦੇ ਕੋਲ ਬੈਠੇ ਸਨ। ਜਿਹੜੇ ਸਿੰਘਾਂ ਦੇ ਪਰਚਾ ਹੋਇਆ ਵਾ ਉਹ ਬਾਬਾ ਜੀ ਦੇ ਕਿਸ ਤਰ੍ਹਾਂ ਨੇ ਕਲੋਜ਼ ਨੇ, ਕਿਸ ਤਰ੍ਹਾਂ ਨੇ ਇਹਨਾਂ ਪਰਚਾ ਇਹਨਾਂ ਨੇ ਪਰਚਾ ਕਰਾਇਆ ਜੀ ਜਿਹੜੇ ਨਗਰ ਦੇ ਸਿੰਘਾਂ ਤੇ ਆ, ਠੀਕ ਹੈ। ਚਲੋ ਹੈਡਲਾਈਨ ਮੇਰੀ ਲਾਤੀ ਹੈ, ਕਿਹਦੀ ਕਿਸੇ ਦੀ ਲਾਤੀ ਹੈ, ਕੋਈ ਗੱਲ ਨਹੀਂ। ਜਿਹੜੀਆਂ ਧਾਰਾਵਾਂ ਲਾਈਆਂ ਤੁਸੀਂ ਆਪ ਸਿਆਣੇ ਜੇ, ਉਹ ਧਾਰਾਵਾਂ ਬਣਦੀਆਂ। ਧਾਰਾਂ ਲਾਈਆਂ 307 ਲਾਈ ਆ ਐਂਡ ਇੱਕ ਲਾਈ ਆ 320 ਲਾਈ ਆ 320 ਲਾਈ ਆ। ਐਂਡ ਜਿਹੜੀ ਜ਼ਮੀਨ ਕਹਿ ਰਹੇ ਵਾਰੇ ਨੇ ਉਹਦੇ ਵੈਸੇ ਹੀ ਗੁਰੂ ਘਰ ਦੇ ਨਾਮ ਆ। ਪੁਲਿਸ ਨੇ ਤੇ ਇੱਕ ਤਰਫਾ ਹੀ ਹੋ ਕੇ ਫੈਸਲੇ ਉਧਰ ਕਰਤੇ ਆ। ਵਾਹਿਗੁਰੂ ਜੀ ਕੀ ਫਤਿਹ। ਪਿੰਡ ਸੈਦੋ ਦਾ ਨਗਰ ਨੇ ਪਹਿਲੀ ਬਾਬਾ ਦਾਦਾ ਜੀ ਨੇ ਸਾਡੇ ਨੇ ਨਾਂ ਕਰਾ ਗਿਆ ਲੋਹ ਲੰਗਰ ਨਾਲ, ਤੇ ਲੋਹ ਲੰਗਰ ਨਾਲ ਚੱਲਣੀ ਚਾਹੀਦੀ ਆ। ਤੇ ਵੰਡੇ ਇਹਦੇ ਚ ਵੰਡ ਕੋਈ ਨਾ ਹੋਵੇ। ਤੇ ਸਾਡੇ ਦਾਦਾ ਜੀ ਵੱਡੇ ਕਰਾ ਗਿਆ, ਮੈਂ ਉਸ ਦਾ ਛੋਟਾ ਆਪਣਾ ਪੁੱਤਰ ਆ, ਦਾਦਾ ਜੀ ਮੇਰੇ ਆ, ਤੇ ਉਹਨਾਂ ਦੀ ਵੰਡ ਕੋਈ ਪੈਲੀ ਦੀ ਹੋਣੀ ਨਹੀਂ ਚਾਹੀਦੀ। ਲੋਹ ਲੰਗਰ ਨਾਲ ਕਰਾ ਗਿਆ, ਜਿੱਥੇ ਬਾਬਾ ਜੀ ਦੀ ਪੱਗ ਆ ਉੱਥੇ ਪੈਲੀ ਚੱਲੇਗੀ। ਹਲਕਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਸਰਹੱਦੀ ਪਿੰਡ ਡਿਲੀਵਰੀ ਦੇ ਵਿੱਚ ਇੱਕ ਜਿੰਦਾ ਬੰਬ ਬਰਾਮਦ ਕੀਤਾ ਗਿਆ ਤੇ ਬੰਬ ਉਸ ਸਮੇਂ ਮਿਲਿਆ ਜਦੋਂ ਮਨਰੇਗਾ ਦੇ ਕੁਝ ਲੋਕ ਨਹਿਰ ਦੇ ਵਿੱਚ ਸਫਾਈ ਕਰ ਰਹੇ ਸੀ, ਜਿੱਥੇ ਇਹਦੀ ਸੂਚਨਾ ਤੁਰੰਤ BSF ਨੂੰ ਦਿੱਤੀ ਗਈ ਤੇ ਮੌਕੇ ਤੇ ਪਹੁੰਚੀ BSF ਦੇ ਜਵਾਨਾਂ ਨੇ ਬੰਬ ਨੂੰ ਡਿਸਪਿਊਜ਼ ਕਰ ਦਿੱਤਾ ਤੇ ਜਾਣਕਾਰੀ ਦਿੱਤੀ ਗਈ ਹੈ ਕਿ DSP ਜੋ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਬੰਬ ਜੋ ਹੈ 50 ਸਾਲ ਪੁਰਾਣਾ ਤੇ BSF ਦੇ ਜਵਾਨਾਂ ਨੇ ਇਸ ਨੂੰ ਡਿਸਚਾਰਜ ਕਰ ਦਿੱਤਾ ਹੈ ਤੇ ਹੁਣ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਕੋਈ ਗੱਲ ਨਹੀਂ ਹੈ। ਪੱਟੀ ਤੋਂ ਸਾਡੇ ਪੱਤਰਕਾਰ ਬਲਜੀਤ ਸਿੰਘ ਨੇ ਜਿੱਥੇ DSP ਰਾਜਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤੇ ਉੱਥੇ ਕੁਝ ਲੋਕਾਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ। ਦੇ ਵਿੱਚ ਜਿਹੜਾ ਸੂਆ ਵਾ ਉਹਦੇ ਵਿੱਚ ਜਿਹੜੀ ਸਾਫ਼ ਸਫਾਈ ਕਰ ਰਹੇ ਸੀਗੇ ਤੇ ਉੱਥੇ ਜਿਹੜਾ ਇੱਕ ਪੁਰਾਣਾ ਜਿਹੜਾ ਵਾ ਉਹ ਮਤਲਬ ਕੱਪੜੇ ਦੇ ਝੋਲੇ ਵਿੱਚ ਪਿਆਈ ਕੋਈ ਬੰਬ ਵਰਗੀ ਚੀਜ਼ ਮਿਲੀ, ਜਿਹੜਾ ਪਤਾ ਆਪਣੇ ਇਤਲਾਹ ਦਿੱਤੀ ਗਈ। ਜਿਹੜੇ SHO ਸਾਹਿਬ ਖਾਲੜਾ ਸਰਦਾਰ ਜਸਵੰਤ ਸਿੰਘ ਜੀ ਮੌਕੇ ਤੇ ਗਏ, ਜਿਨ੍ਹਾਂ ਵੇਖਿਆ ਵੀ ਇਹਦੇ ਵਿੱਚ ਵਾਕਈ ਬੰਬ ਆ
ਤੇ ਫਿਰ ਇਹਦੇ ਸੰਬੰਧ ਦੇ ਵਿੱਚ ਜਿਹੜਾ ਵਾ BSF ਅਧਿਕਾਰੀਆਂ ਨਾਲ ਜਿਹੜਾ ਇਹਦੇ ਰਾਬਤਾ ਕਾਇਮ ਕਰਕੇ ਤੇ ਉਹਨਾਂ ਦੀ ਟੀਮ ਮੰਗਾਈ ਗਈ, ਬੰਬ ਡਿਸਪੋਜ਼ੇਬਲ ਟੀਮ। ਤੇ ਫਿਰ ਉਹਨਾਂ ਨੇ ਮਤਲਬ ਇੱਕ ਜਿਹੜਾ ਡੂੰਘਾ ਟੋਆ ਪੁੱਟ ਕੇ ਉਹਦੇ ਵਿੱਚ ਜਿਹੜਾ ਇਹਨੂੰ ਜਿਹੜਾ ਡਿਫਿਊਜ਼ ਕਰਕੇ ਤੇ ਚਲਾ ਦਿੱਤਾ ਗਿਆ ਵਾ। ਤੇ ਇੱਕ ਤੇ ਪੁਰਾਣਾ ਹੀ ਆਦੇ 50 ਸਾਲ ਪੁਰਾਣਾ ਜਿਹੜਾ ਬੰਬ ਆ ਉਹ ਹੈਗਾ ਸੀਗਾ, BSF ਨੇ ਦੱਸਿਆ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦੇਸ਼ ਵਿੱਚ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਕਈ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ। ਉੱਥੇ ਹੀ ਚਾਹੇ ਲਾਕਡਾਊਨ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਦੇ ਦਿੱਤੀ ਹੈ, ਕਈ ਕੰਮਾਂ ਕਾਰਾਂ 'ਚ ਢਿੱਲ ਦਿੱਤੀ ਹੈ। ਉੱਥੇ ਨਿੱਜੀ ਸੰਸਥਾਵਾਂ ਦੇ ਜੋ ਮੁਲਾਜ਼ਮ ਨੇ ਉਹਨਾਂ ਦੀ ਸੈਲਰੀ ਲੈ ਕੇ ਲੋਕ ਹੁਣ ਸੜਕਾਂ ਦੇ ਉੱਪਰ ਉਤਰਨੇ ਸ਼ੁਰੂ ਹੋ ਗਏ ਨੇ। ਇਸ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਮਰੂਤੀ ਦੇ ਸ਼ੋਰੂਮ ਦੇ ਸਟਾਫ ਦੇ ਲੋਕ ਜਿਨ੍ਹਾਂ ਦੀਆਂ ਲੰਬੇ ਸਮੇਂ ਤੋਂ ਸੈਲਰੀਆਂ ਲਟਕੀਆਂ ਹੋਈਆਂ ਨੇ, ਉਹਨਾਂ ਨੇ ਸ਼ੋਰੂਮ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਤੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਜਿੱਥੇ ਲੋਕਾਂ ਨੇ ਆਪਣੀ ਸੈਲਰੀ ਦੀ ਡਿਮਾਂਡ ਕੀਤੀ ਹੈ, ਉੱਥੇ ਹੀ ਮੈਨੇਜਰ ਨੇ ਵੀ ਇਹ ਗੱਲ ਕਹੀ ਹੈ ਕਿ ਇਹਨਾਂ ਦੀ ਸੈਲਰੀ ਜਲਦੀ ਦੇ ਦਿੱਤੀ ਜਾਊਗੀ ਤੇ ਇਸ ਧਰਨੇ ਨੂੰ ਜਲਦੀ ਖਤਮ ਕਰ ਲਿੱਤਾ ਜਾਊਗਾ। ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਖਾਸ ਤੌਰ ਤੇ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਆਓ ਚੱਲਦੇ ਹਾਂ, ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਅਸੀਂ ਪਠਾਨਕੋਟ ਵੀਕਲੀਟ ਗਰੁੱਪ ਦੇ ਸਾਰੇ EMPLOYEE ਆ। ਅਸੀਂ ਪਿਛਲੇ 2 ਮਹੀਨਿਆਂ ਤੋਂ ਸਾਡੀ ਜਿਹੜੀਆਂ ਸੈਲਰੀਆਂ ਵਾ ਉਹ ਰੋਕ ਦਿੱਤੀਆਂ ਗਈਆਂ ਵਾ। ਅੱਜ ਵੀ ਜਦੋਂ ਅਸੀਂ ਕੰਮ ਕਰਦੇ ਪਏ ਆ ਪਿਛਲੇ 5-6 ਦਿਨਾਂ ਤੋਂ ਸਾਨੂੰ ਕਹਿੰਦੇ ਕਿ ਤੁਹਾਡੀ ਸੈਲਰੀ ਕੋਈ ਗੱਲ ਨਹੀਂ, ਤੁਸੀਂ ਕੰਮ ਕਰੋ, ਅਸੀਂ ਜਲਦੀ ਦੇ ਦਿਆਂਗੇ। ਪਰ ਅੱਜ ਦੀ 9 ਤਰੀਕ ਹੋ ਗਈ ਅੱਜ। ਹਾਂ 7 ਤਰੀਕ ਨੂੰ ਸਾਡੀ ਜਿਹੜੀ ਸੈਲਰੀ ਆ ਉਹ ਪਾ ਦਿੱਤੀ ਜਾਂਦੀ ਹੈ, ਪਰ ਹਾਲੇ ਤੱਕ ਸੈਲਰੀ ਨਹੀਂ ਪਾਈ ਗਈ ਸਾਡੀ। ਤੇ ਸਾਡੀ ਵੀਕਲੀਟ ਤੋਂ ਇਹੀ ਡਿਮਾਂਡ ਹੈ ਕਿ ਸਾਡੀ ਜਿਹੜੀ ਸੈਲਰੀਆਂ ਉਹ ਸਾਨੂੰ ਦਿੱਤੀਆਂ ਜਾਣ, ਪਲੱਸ ਸਾਡੇ ਜਿਹੜੇ ਇਨਸੈਂਟਿਵ ਪਾਲਿਸੀ ਜਿਹੜੀ ਆ ਪਿਛਲੇ ਦਸੰਬਰ ਮਹੀਨੇ ਤੋਂ ਪੈਂਡਿੰਗਾਂ ਪਈਆਂ ਉਹ ਵੀ ਸਾਨੂੰ ਨਾਲ ਦਿੱਤੇ ਜਾਣ। ਇੰਕਰੀਮੈਂਟ ਜਿਹੜੇ ਸਾਡੇ ਰੁਕੇ ਨੇ, ਕੋਸ਼ਿਸ਼ ਇਹੋ ਹੀ ਹੈ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਵੀ ਕੀਤੇ ਜਾਣੇ। ਸਰ ਅਸੀਂ 15 ਦਿਨਾਂ ਤੋਂ 50% ਸਟਾਫ ਨਾਲ ਕੰਮ ਕਰਨ ਰਹੇ ਆ। ਸਰ ਅਸੀਂ 15 ਦਿਨਾਂ ਤੋਂ ਵਾਲਾ ਮੈਂ ਪਿਛਲੇ 4 ਸਾਲ ਤੋਂ ਇੱਥੇ ਵਹੀਕਲੇਟ 'ਚ ਕੰਮ ਕਰ ਰਿਹਾ। ਸਰ ਅਸੀਂ ਲਾਸਟ 15 ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ 50% ਸਟਾਫ ਨਾਲ, ਤੇ ਕੰਮ ਉਨਾ ਹੀ ਆ। ਅਸੀਂ 2-2 ਬੰਦਿਆਂ ਦਾ ਇਕੱਲਾ ਜਿਹੜਾ ਕੰਮ ਕਰਨ ਦੇ। ਅਸੀਂ ਕਿਉਂ ਕੰਮ ਕਰਨ ਦੇ ਆ ਕਿ ਸਾਨੂੰ ਸੈਲਰੀ ਮਿਲੇਗੀ, ਸਾਨੂੰ ਕੋਈ ਹੋਪ ਹੈ ਇੱਥੋਂ, ਅਸੀਂ ਤਾਂ ਕਰਨ ਦੇ ਆ। ਤੇ ਜਦੋਂ 7 ਤਰੀਕ ਹੋ ਗਈ ਅਜੇ ਤੱਕ ਕੋਈ ਸੈਲਰੀ ਦਾ ਨਾਂ ਥੇ ਨਹੀਂ, ਨਾ ਇਨਸੈਂਟਿਵ ਦੀ ਤਾਂ ਗੱਲ ਹੀ ਹੈ। ਤਾਂ ਕੀ ਕਰੀਏ ਹੋਰ? ਅਸੀਂ ਇਹਨਾਂ ਨੂੰ ਦੱਸਿਆ ਕਿ ਸਾਰਾ ਡੀ ਪ੍ਰੋਬਲਮ ਹੈ, ਚਲੋ ਕਰੋ ਕੰਮ, ਕੋਈ ਨਹੀਂ ਹੁੰਦਾ ਹੱਲ। 7 ਤਰੀਕ ਨੂੰ ਸਾਰਾ ਨੂੰ ਹੋਪ ਸੀ ਕਿ ਚਲੋ ਕੁਛ ਨਾ ਕੁਛ ਤੇ ਦੇਣਗੇ। ਹਜੇ ਤੱਕ ਕੋਈ ਪੈਸਾ ਨਹੀਂ ਆਇਆ। ਅੱਜ 9 ਤਰੀਕ ਹੋ ਗਈ ਜੇ, ਅਸੀਂ ਕਹਿ ਕੇ ਥੱਕ ਗਏ। ਅਸੀਂ ਹੜਤਾਲ ਨਾ ਕਰੀਏ ਤਾਂ ਹੋਰ ਕੀ ਕਰੀਏ? ਸਾਡੀ ਇਹੋ ਮੰਗ ਹੈ ਕਿ ਛੇਤੀ ਤੋਂ ਛੇਤੀ ਸਾਡਾ ਕੋਈ ਸੋਲੂਸ਼ਨ ਕਰੋ। ਸਾਨੂੰ ਨਹੀਂ ਕੋਈ ਸ਼ੌਂਕ ਹੈਗਾ ਕਿ ਅਸੀਂ ਹੜਤਾਲ ਕਰੀਏ। ਅਸੀਂ ਪਿਛਲੇ 2-2 ਮਹੀਨਿਆਂ ਤੋਂ ਵਿਹਲੇ ਬੈਠੇ ਘਰ, ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਇੱਦਾਂ ਦਾ ਕੰਮ ਕਰੀਏ। ਸਾਨੂੰ ਹੋਪ ਹੈ ਕੰਪਨੀ ਤੋਂ, ਅਸੀਂ ਕੰਪਨੀ ਨਾਲ ਜੁੜੇ ਆ। ਕੰਪਨੀ ਵੀ ਸਾਡਾ ਸੋਚੇ ਨਾ, ਜੇ EMPLOYEE ਆਪਣਾ ਸਾਰਾ ਕੁਝ ਦੇ ਰਿਹਾ, ਅਸੀਂ ਜਾਨ ਜੋਖਮ 'ਚ ਰੱਖ ਕੇ ਕੰਮ ਕਰਨ। ਤੁਹਾਨੂੰ ਪਤਾ ਕਰੋਨਾ ਵਾਇਰਸ ਚੱਲਣ ਡਿਆ, ਕੋਈ ਇੱਥੇ ਸੈਨੀਟਾਈਜੇਸ਼ਨ ਦਾ ਸਿਸਟਮ ਨਹੀਂ। ਅਸੀਂ ਕਹਿ ਰਹੇ ਕੋਈ ਗੱਲ ਨਹੀਂ, ਜਿੱਦਾਂ ਵੀ ਅਸੀਂ ਕਰਨ ਡੇ ਕੰਮ। ਜਦੋਂ ਸੈਲਰੀ ਨਹੀਂ ਮਿਲਣੀ ਤਾਂ ਬੰਦਾ ਕਿਉਂ ਆਪਣੀ ਜਾਨ ਜੋਖਮ 'ਚ ਜਾਏ, ਕਿਉਂ ਡਬਲ ਬੰਦਿਆਂ ਦਾ ਕੰਮ ਕਰੇ? ਅਸੀਂ ਕਹਿੰਦੇ ਅਸੀਂ ਡਬਲ ਦਾ ਵੀ ਕਰਾਂਗੇ, ਸਾਨੂੰ ਪੈਸੇ ਦੇ ਦਿਓ। ਜਦੋਂ ਪੈਸੇ ਨਹੀਂ ਮਿਲ ਰਹੇ ਤਾਂ ਕੀ ਫਾਇਦਾ ਸਰ ਕੰਮ ਕਰਨ ਦਾ? ਸਰ ਇਹੀ ਤਾਂ ਪੁੱਛ ਰਹੇ ਆ ਕਿ ਕਿਉਂ ਨਹੀਂ ਦੇ ਰਹੇ, ਕੀ ਸੋਚ ਰਹੇ ਤੁਸੀਂ? ਦੱਸੋ ਸਾਨੂੰ ਕੁਛ, ਸਾਨੂੰ ਕੋਈ ਹੋਪ ਤੇ ਦਿਓ ਕਿ ਆਹ ਚੀਜ਼ ਹੈ ਜੀ, ਤੁਹਾਨੂੰ ਇੰਨੀ ਤਰੀਕ ਨੂੰ ਇੱਦਾਂ ਦੇਵਾਂਗੇ। ਕੋਈ ਸਮਝ ਨਹੀਂ ਆ ਰਹੀ। ਹੁਣ ਜੋ ਸਵਾਲ ਕੀਤਾ, ਦੇਖੋ ਕੀ ਜਵਾਬ ਆਉਂਦਾ ਅੱਗੋਂ। सारे एम्प्लॉइज को अंदर बुलाया और वी हैव नोटेड देयर रिक्वायरमेंट, और रिक्वायरमेंट जो भी है डीलरशिप में भेज रहे हैं। और डीलरशिप को मोस्ट लाइकली वी विल ट्राई आवर बेस्ट, जितना भी हो जाएगा। और रिक्वायरमेंट वगैरह जो है जिन्होंने सब होनी चाहिए, ठीक है जी। पर एम्प्लॉई जो है अंदर आके एक बार बात सुने। अगर बाहर ये बात इतना ही करते हैं, बाहर बैठे हैं, अंदर नहीं आने चाहिए, ਪਰਪਸਲੀ ਆਈ ਵਾਲਾ ਐਕਟਿਵ ਸ਼ਟ ਹੁੰਦੀ। ਪਰ ਜੀਐਮ ਸਾਹਿਬ ਉਹਨਾਂ ਦਾ ਇਲਜ਼ਾਮ ਇਹ ਹੈ ਵੀ 2 ਮਹੀਨੇ ਦੀ ਸੈਲਰੀ ਆ, ਅੱਜ ਦਾ ਇਸ਼ੂ ਨਹੀਂ ਹੈਗਾ ਇਹ। सारे 2 महीने जो सैलरी है, 2 महीने डीलरशिप बंद रही है। सबको पता है, आपको भी पता है कि भी जो 2 महीने डीलरशिप बंद रही है। और उस तो बाद 10 दिन हो गए खुली नूं, सारिया चीज़ां हो रही हैं। और ये जो जिन्होंने जी मई महीने का जो तो खुली है, वो 2 बजे तक इन्हों की क्रेडिट हो जाएगी। आज क्रेडिट हो जाएगी, आज हो जाएगी क्रेडिट। तो फिर उसके बाद भी अगर बोलते हैं कि भाई मान लो आज 2 वजे तक क्रेडिट नहीं होंगी, फिर ये ਤੁਹਾਡਾ ऑन रिकॉर्डेड आ। जे 2 वजे तक क्रेडिट नहीं ਹੁੰਦਾ, क्रेडिट नहीं ਹੁੰਦਾ, फिर अपना हक रख सकते दोबारा। हाँ जी, फिर अपना हक रख सकते दोबारा। 2 वजे तक क्रेडिट नहीं ਹੁੰਦਾ। नहीं 2 बजे तक देखो क्लैरिकल काम है, पर जो मैनू कमिटमेंट मिली है 2 बजे तक क्रेडिट हो जाएगी। 2 नहीं हो जाएगी, 3 हो जाएगी, क्रेडिट आज हो जाएगी। ਤੁਸੀਂ ਇਹੋ ਹੀ ਚੀਜ਼ ਸੋ ਇਹਨਾਂ ਨੂੰ ਕਹੋ ਵੀ ਅੱਜ ਤੱਕ ਕ੍ਰੈਡਿਟ ਨਹੀਂ ਹੁੰਦੀ ਤੇ ਸਵੇਰ ਤੋਂ ਤੁਸੀਂ ਆਪਣਾ ਦੇਖੋ
ਲੋਕਤੰਤਰ ਆ, ਹੱਕ ਆਪਣੀ ਆਵਾਜ਼ ਹਰ ਕਿਸੇ ਦਾ ਹੱਕ ਹੈਗਾ। पर एक चीज़ है सर, लोकतंत्र की बात सुननी तो पेगी ना कि नहीं सुननी पेगी। मैं इसे करके तो इन्होंने रिक्वेस्ट ਦੂਸਰੀ ਗੱਲ ਉਹਨਾਂ ਨੇ ਕਹੀ ਆ ਵੀ ਨਾ ਸੈਨੀਟਾਈਜ਼ਰ ਅੰਦਰ ਸਾਨੂੰ ਦਿੱਤੇ ਗਏ, ਨਾ ਮਾਸਕ ਦਿੱਤੇ ਗਏ ਆ, ਨਾ ਸਾਬਣ ਦਿੱਤੇ ਗਏ। ਤੁਹਾਡੇ ਸਾਹਮਣੇ ਸਾਰਿਆਂ ਨੇ ਕਿਹਾ ਵਾ। नहीं सिर्फ मास्क के मैं भी पहने हुआ है, अब देख लो मेरा भी अपना बने हुआ है। हाँ, वी विल टेक अप विद द डीलरशिप में कि मास्क चाहिए है, बाकी सैनिटाइजर और मैं आपको दिखाता हूँ कितना अपने पास पिया है। और जो पक्का गेट तो तुम खुद देख सकते हो किया हुआ है, सब जगह है। अगर फर्ज करो साढ़े एम्प्लॉइज हम लोगों ने शील्ड दी, अगर आप आओ मैं दिखाता हूँ, मेरे पास भी है। अगर वो पहनते ही नहीं है, पर पहन के काम नहीं करते तो डीलरशिप क्या करे। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ। सरदार गुरजीत सिंह, हर समस्या ਦਾ ਸਮਾਧਾਨ ਘਰ ਬੈਠੇ ਕਰਵਾਓ। ਮਨ ਚਾਹਿਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕੀਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਣਬਣ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। सरदार गुरजीत सिंह, आज ही फोन करो